72 65 65 ਤੇ ਹੈੱਡ ਆਫਿਸ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। प्रोग्राम खौफसर सवेरे 8 तो लैके 10 बजे तक। मेरा नंबर है 416 970 5005 ਤੇ ਸਟੂਡੀਓ 416 620 1778। ਇਸ ਸਮੇਂ ਮੇਰੇ ਨਾਲ ਲਾਈਨ ਦੇ ਉੱਤੇ ਬਲਰਾਜ ਦਿਓਲ ਜੀ ਨੇ। ਬੜੇ ਲੰਮੇ ਸਮੇਂ ਤੋਂ ਖਬਰਨਾਮਾ ਅਖਬਾਰ ਤੁਹਾਡੇ ਲਈ ਕੱਢਦੇ ਰਹੇ ਨੇ ਅਤੇ ਕੱਢ ਵੀ ਰਹੇ ਨੇ ਅਤੇ ਨਾਲ ਦੀ ਨਾਲ ਕਮਿਊਨਿਟੀ ਦੇ ਵਿੱਚ ਵੀ ਪੂਰੀ ਤਰ੍ਹਾਂ ਐਕਟਿਵ ਰਹੇ ਨੇ। ਦਿਓਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਜਗਦੀਸ਼ ਜੀ, ਥੈਂਕ ਯੂ। ਇਹ ਜੋ ਕੁਛ ਇਜਾਜ਼ ਚੌਧਰੀ ਦੀ ਹੱਤਿਆ ਤੋਂ ਬਾਅਦ ਹੋ ਰਿਹਾ ਹੈ, ਰਾਈਟ ਵੇ ਪੁਲਿਸ ਗੱਲ ਕਰ ਦਿੰਦੀ ਹੈ ਕਿ ਅਸੀਂ ਮਾਮਲਾ SIU ਦੇ ਅੰਡਰ ਦੇ ਦਿੱਤਾ ਹੈ ਅਤੇ ਉਹ ਸਾਰੇ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਰਾਈਟ ਵੇ ਕਰ ਦਿੱਤੀ ਜਾਂਦੀ ਹੈ ਅਤੇ SIU ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟਸ ਇਹਦੇ ਬਾਰੇ ਥੋੜ੍ਹਾ ਜਿਹਾ ਮੈਂ ਆਪਣੇ ਸਰੋਤਿਆਂ ਨੂੰ ਅਵੇਅਰ ਕਰਨਾ ਚਾਹੁੰਦਾ। ਤੁਸੀਂ ਉਸ ਦੇ ਲਈ ਬਹੁਤ ਵਧੀਆ ਰਾਈਟ ਪਰਸਨ ਹੋ ਜਿਹੜਾ ਇਹਦੇ ਬਾਰੇ ਥੋੜ੍ਹੀ ਗੱਲ ਕਰ ਸਕਦੇ ਨੇ। ਸੋ ਮੈਂ ਚਾਹਾਂਗਾ ਪਹਿਲਾਂ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟਸ ਹੈ ਕੀ ਕੰਮ ਹੈ ਇਹਦਾ ਔਰ ਕਿਸ ਤਰ੍ਹਾਂ ਇਹ ਕੰਮ ਕਰਦੀ ਹੈ, ਇਹਦੇ ਬਾਰੇ ਆਪਾਂ ਥੋੜ੍ਹਾ ਚਾਨਣਾ ਪਾ ਦਈਏ। ਜਗਦੀਸ਼ ਜੀ, ਜਦੋਂ ਪੁਲਿਸ ਬਰੂਟੈਲਿਟੀ ਤੇ ਰੇਸਿਜ਼ਮ, ਜਿਹਨੂੰ ਆਪਣਾ ਸਿਸਟਮੈਟਿਕ ਰੇਸਿਜ਼ਮ ਕਹਿੰਦੇ ਆ, ਇਹਦੇ ਬਾਰੇ 'ਚ ਟੋਰਾਂਟੋ ਦੇ ਵਿੱਚ ਖਾਸ ਕਰਕੇ ਆਵਾਜ਼ ਉੱਠਣ ਲੱਗੀ 80s ਦੇ ਵਿੱਚ, ਤੇ ਕਾਫੀ ਸਾਰੇ ਕਾਲੀ ਕਮਿਊਨਿਟੀ ਜਿਹੜੀ ਆ ਉਹਨਾਂ ਦੇ ਕੁਝ ਯੂਥ ਜਿਹੜੇ ਆ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ। ਖਾਸ ਕਰਕੇ 88 ਵਿੱਚ ਮੇਰੇ ਖਿਆਲ 'ਚ 2 ਮੌਤਾਂ ਹੋਈਆਂ ਸੀ। ਤੇ ਇੱਕ ਡੈਡਲੀ ਲਾਜ਼ ਨਾਂ ਦੇ ਹੁੰਦੇ ਸੀ ਐਕਟਿਵਿਸਟ ਕਾਲੀ ਕਮਿਊਨਿਟੀ ਵਿੱਚ, ਹੋਰ ਵੀ ਬਹੁਤ ਸਾਰੇ ਸੀ ਪਰ ਉਹ ਲੀਡਿੰਗ ਸੀ ਆਦਮੀ, ਤੇ ਉਹਨਾਂ ਦੇ ਨਾਲ ਚਾਰਲਸ ਰੋਚ ਨਾਂ ਦੇ ਇੱਕ ਵਕੀਲ ਹੁੰਦੇ ਸੀ, ਉਹ ਵੀ ਕਾਲੇ ਭਾਈਚਾਰੇ ਨਾਲ ਸੰਬੰਧਿਤ ਸੀ। ਉਹਨਾਂ ਨੇ ਇੱਕ ਬਲੈਕ ਐਕਸ਼ਨ ਡਿਫੈਂਸ ਕਮੇਟੀ ਬਣਾਈ ਹੋਈ ਹੁੰਦੀ ਸੀ, ਤੇ ਉਹਨਾਂ ਨੇ ਕਾਫੀ ਇਹਦੇ ਖਿਲਾਫ ਰੌਲਾ ਰੱਪਾ ਪਾਇਆ ਤੇ ਫਿਰ ਪ੍ਰੋਵਿੰਸ ਨੇ ਇੱਕ ਟਾਸਕ ਫੋਰਸ ਨਾਮਜ਼ਦ ਕੀਤੀ ਰੇਸ ਰਿਲੇਸ਼ਨਸ ਦੇ ਉੱਤੇ। ਉਹਦੇ ਵਿੱਚੋਂ ਇਹ ਨਿਕਲਿਆ ਵੀ ਜਿਹੜੀ ਅਗਰ ਪੁਲਿਸ ਕੋਈ ਕ੍ਰਿਮੀਨਲ ਅਫੈਂਸ ਕਰਦੀ ਆ ਤੇ ਉਹਨੂੰ ਪ੍ਰੋਸੀਕਿਊਟ ਕਰਨ ਦਾ ਜਿਹੜਾ ਤਰੀਕਾ ਆ ਉਹ ਜ਼ਿਆਦਾ ਫੇਅਰ ਹੋਣਾ ਚਾਹੀਦਾ, ਕਿਉਂਕਿ ਪਹਿਲਾਂ ਬਿਲਕੁਲ ਹੀ ਜੇ ਪੀਲ ਪੁਲਿਸ ਕੋਈ ਗੱਲ ਹੋਵੇ ਤੇ ਮੈਟਰੋ ਪੁਲਿਸ ਨੂੰ ਕਹਿ ਦਿਓ ਤੁਸੀਂ ਜਾ ਕੇ ਇਨਵੈਸਟੀਗੇਟ ਕਰ ਲਓ, ਮੈਟਰੋ 'ਚ ਹੋਈ ਤਾਂ ਪੀਲ ਨੂੰ ਕਹਿ ਦਿਓ, ਜਾਂ ਹਾਲਟਨ ਵਾਲਿਆਂ ਨੂੰ ਕਹਿ ਦਿਓ ਤੁਸੀਂ ਕਰ ਲਓ, ਜਾਂ OPP ਨੂੰ ਕਹਿ ਦਿਓ। ਇਸ ਤਰ੍ਹਾਂ ਦੀ ਗੱਲ ਹੁੰਦੀ ਸੀ। ਸੋ ਉਸ ਰੇਸ ਰਿਲੇਸ਼ਨ ਦੀ ਜਿਹੜੀ ਟਾਸਕ ਫੋਰਸ ਸੀ, ਉਹਦੀਆਂ ਫਾਈਂਡਿੰਗਸ ਤੋਂ ਬਾਅਦ 1990 ਦੇ ਵਿੱਚ ਉਹ SIU ਜਿਹੜੀ ਆ ਸਪੈਸ਼ਲ ਇਨਵੈਸਟੀਗੇਟਿਵ ਯੂਨਿਟ ਜਿਹੜਾ ਇਹ ਕਾਇਮ ਕੀਤਾ ਗਿਆ। ਇਸ ਯੂਨਿਟ ਦਾ ਕੰਮ ਬੇਸਿਕਲੀ ਇਹ ਆ ਕਿ ਜਦੋਂ ਵੀ ਕੋਈ ਪੁਲਿਸ ਤੇ ਕਿਸੇ ਕਿਸਮ ਦਾ ਮਿਸਕੰਡਕਟ ਦਾ ਇਲਜ਼ਾਮ ਲੱਗੇ, ਜਿਹਦੇ ਵਿੱਚ ਫਾਇਰ ਆਰਮ ਡਿਸਚਾਰਜ ਹੋਇਆ ਹੋਵੇ, ਕਿਸੇ ਦੀ ਮੌਤ ਹੋਈ ਹੋਵੇ, ਕੋਈ ਇੰਜਰਡ ਹੋਇਆ ਹੋਵੇ, ਕੋਈ ਸੈਕਸ਼ੂਅਲ ਹਰਾਸਮੈਂਟ ਦੀ ਗੱਲ ਹੋਵੇ, ਇਸ ਕਿਸਮ ਦੇ ਕੇਸ ਜਿਹੜੇ ਆ SIU ਕੋਲ ਆਟੋਮੈਟਿਕਲੀ ਇਨਵੈਸਟੀਗੇਸ਼ਨ ਵਾਸਤੇ ਜਾਂਦੇ ਆ, ਰਿਜ਼ਲਟਿੰਗ ਇਨ ਡੈਥ, ਸੀਰੀਅਸ ਇੰਜਰੀ, ਫਾਇਰ ਆਰਮ ਡਿਸਚਾਰਜ ਤੇ ਸੈਕਸ਼ੂਅਲ ਮਿਸਕੰਡਕਟ। ਇਸ ਕਿਸਮ ਦੇ ਉਹਦੇ ਵਿੱਚ ਮੱਦਾਂ ਨੇ। ਬਕਾਇਦਾ ਇਹਦੇ ਲਈ ਇੱਕ ਲੈਜਿਸਲੇਟਿਵ ਫਰੇਮਵਰਕ ਜਿਹੜਾ 1990 ਵਿੱਚ ਕਾਇਮ ਕੀਤਾ ਗਿਆ, ਉਹਦੇ ਥੱਲੇ ਨੂੰ ਕਾਇਮ ਕੀਤਾ SIU ਨੂੰ। ਪਰ ਫਿਰ ਅਸੀਂ ਜਿਹੜੀ SIU ਆ, ਫਿਰ ਇਹਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਲਗਾਤਾਰ ਸਵਾਲ ਉੱਠਦੇ ਰਹੇ, ਕਿਉਂਕਿ SIU ਦੇ ਵਿੱਚ ਬਹੁਤੇ ਜਿਹੜੇ ਇਨਵੈਸਟੀਗੇਟਰ ਜਾਂ ਸਟਾਫਿੰਗ ਸੀ ਉਹ ਵੱਖ-ਵੱਖ ਪੁਲਿਸ ਫੋਰਸਾਂ ਦੀ ਸੀ ਜੀ। ਵੱਖ-ਵੱਖ ਪੁਲਿਸ ਫੋਰਸਾਂ ਤੋਂ ਜਾਂ ਰਿਟਾਇਰਡ ਜਿਹੜੇ ਆ ਉਹ ਲੋਕ ਲਏ ਜਾਂਦੇ ਸੀ। ਹੌਲੀ-ਹੌਲੀ ਇਹਦਾ ਕੁਝ ਸਿਵਲਾਈਜੇਸ਼ਨ ਇਹਦਾ ਹੋਇਆ ਵੀ ਸਿਵਲੀਅਨਸ ਨੂੰ ਵੱਧ ਇਹਦੇ ਵਿੱਚ ਰੱਖੋ। ਹੌਲੀ-ਹੌਲੀ ਚੇਂਜ ਜ਼ਰੂਰ ਹੋਈ ਆ, ਪਰ ਉਹ ਚੇਂਜ ਸੈਟਿਸਫੈਕਟਰੀ ਨਹੀਂ ਹੈ ਟੂ ਡੇਟ। ਉਹਦੇ ਤੇ ਬਾਰ-ਬਾਰ ਕਿੰਤੂ ਪ੍ਰੰਤੂ ਹੁੰਦਾ ਰਿਹਾ, ਇੱਥੋਂ ਤੱਕ ਓਨਟੇਰੀਓ ਦੇ ਜਿਹੜੇ ਅੰਬਡਸਮੈਨ ਆ, ਜਿਹਨੂੰ ਆਪਾਂ ਸ਼ਾਇਦ ਪੰਜਾਬੀ ਦੇ ਵਿੱਚ ਲੋਕਪਾਲ ਕਹਾਂਗੇ, ਉਹਨਾਂ ਨੇ ਵੀ ਇਹਦੇ ਉੱਤੇ ਵੱਖ-ਵੱਖ ਸਮਿਆਂ ਤੇ ਰਿਵਿਊ ਕਰਕੇ ਇਹਦੀ ਕਾਰਗੁਜ਼ਾਰੀ ਨੂੰ ਉੱਤੇ ਰਿਪੋਰਟਾਂ ਦਿੱਤੀਆਂ, ਔਰ ਉਹਨਾਂ ਨੇ ਆਪਣੀਆਂ ਰਿਪੋਰਟਾਂ ਦੇ ਵਿੱਚ ਫਾਈਂਡ ਆਊਟ ਕੀਤਾ ਕਿ ਇਹ ਬਿਲਕੁਲ ਜਿਹੜਾ ਇਹਦਾ ਕੰਮ ਆ ਉਹ ਜਸਟ ਨਹੀਂ ਹੈ, ਇਹਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਆ, ਇਹਦਾ ਝੁਕਾਅ ਤੇ ਬਾਇਸ ਜਿਹੜਾ ਆ ਪੁਲਿਸ ਵਾਲੇ ਪਾਸੇ ਆ ਬਿਲਕੁਲ ਜੀ। ਇਹ ਲਿਪਾ ਪੋਚੀ ਵਾਲੀ ਗੱਲ ਆ ਇਹਦੇ ਵਿੱਚ, ਤੇ ਇਹਦੇ ਵਿੱਚੋਂ ਜਿੰਨੇ ਵੀ ਕਦੇ ਚਾਰਜਸ ਨਿਕਲਦੇ ਆ ਉਹਨਾਂ ਵਿੱਚ ਪੁਲਿਸ ਨੂੰ ਕੋਈ ਕਿਸੇ ਕਿਸਮ ਦੀ ਸਖਤ ਸਜ਼ਾ ਨਹੀਂ ਹੁੰਦੀ। ਅੱਬਲ ਤਾਂ ਪੁਲਿਸ ਵਾਲੇ ਚਾਰਜ ਹੀ ਨਹੀਂ ਹੁੰਦੇ। ਔਰ ਇੱਕ ਰਿਪੋਰਟ ਦੇ ਵਿੱਚ ਤੇ ਆਪ ਇਹਨਾਂ ਦਾ ਈਅਨ ਸਕਾਟ ਨਾਂ ਦਾ ਹੁੰਦਾ ਸੀ ਇਹਨਾਂ ਦਾ ਡਾਇਰੈਕਟਰ, ਕਿਉਂਕਿ ਇਹ ਡਾਇਰੈਕਟਰ ਦੇ ਥੱਲੇ ਹੁੰਦੀ ਹੈ, ਉਹਨੇ ਮੰਨਿਆ ਸੀ ਕਿ ਜਿਹੜਾ ਪੁਲਿਸ ਵਾਲਾ ਕੋਈ ਕਿਸੇ ਕਿਸਮ ਦੀ ਓਫੈਂਸ ਕਰਦਾ, ਉਹਦੀ ਪ੍ਰੋਸੀਕਿਊਸ਼ਨ ਦੇ ਜਿਹੜੇ ਚਾਂਸਸ ਆ ਸਿਟੀਜ਼ਨ ਦੇ ਮੁਕਾਬਲੇ 5ਵਾਂ ਹਿੱਸਾ ਆ। ਜਾਣੀ ਜੇ ਕਿਸੇ ਇੱਕੋ ਕਿਸਮ ਦੀਆਂ ਓਫੈਂਸਿਸ ਵਿੱਚ 5 ਸਿਟੀਜ਼ਨ ਜਿਹੜੇ ਆ ਉਹ ਕਨਵਿਕਟ ਕੀਤੇ ਜਾ ਸਕਦੇ, ਤਾਂ ਪੁਲਿਸ ਵਾਲਾ ਇੱਕੋ ਹੀ ਕਨਵਿਕਟ ਕੀਤਾ ਜਾ ਸਕਦਾ। ਅੱਛਾ ਬਲਰਾਜ ਜੀ, ਇਹ ਕੇਸ ਆਪਾਂ ਲੈਂਦੇ ਹਾਂ। ਪਹਿਲਾਂ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੋ ਬਰੈਂਪਟਨ ਦੇ ਵਿੱਚ ਇੱਕ ਲੜਕੇ ਦਾ ਕਤਲ ਹੋਇਆ ਤੇ ਜੋ ਮਾਰਟਨ ਦੇ ਵਿੱਚ ਇੱਕ ਬਜ਼ੁਰਗ ਦਾ ਕਤਲ ਹੋਇਆ। ਹਾਂਜੀ, ਸੈਮੀ ਜਤੀਮ ਦਾ ਕੇਸ ਸਾਹਮਣੇ ਆਇਆ 2013 ਦੇ ਵਿੱਚ। ਪੁਲਿਸ ਵੱਲੋਂ ਗੋਲੀਆਂ ਉਸ ਨੂੰ ਮਾਰੀਆਂ ਗਈਆਂ ਖਾਲੀ ਬੱਸ ਦੇ ਵਿੱਚ,
ਔਰ ਮੈਂਟਲੀ ਇਲ ਪਰਸਨ ਸੈਮੀ ਜਤੀਮ ਥੋੜ੍ਹਾ ਜਿਹਾ ਉਸਦੇ ਕੋਲੇ ਚਾਕੂ ਫੜਿਆ ਹੋਇਆ ਸੀਗਾ। ਇਸ ਪਾਸੇ ਆਪਾਂ ਨਹੀਂ ਜਾਂਦੇ ਕਿ ਉਹਨੂੰ ਕਿਉਂ ਉੱਥੇ ਕਿਸ ਤਰ੍ਹਾਂ ਮਾਰਿਆ, ਕਿ ਉਸ ਤੋਂ ਬਾਅਦ ਜਿਹੜੀ SIU ਦੀ ਇਨਵੈਸਟੀਗੇਸ਼ਨ ਆਈ, ਜਿਹੜੇ ਪੁਲਿਸ ਆਫਿਸਰ ਚਾਰਜ ਕੀਤੇ ਗਏ ਉਹਨਾਂ ਦੇ ਉੱਤੇ ਕਿੰਨੇ ਕੁ ਚਾਰਜ ਲੱਗੇ, ਕੀ ਉਹ ਸਟਿਲ ਜੇਲ੍ਹ ਦੇ ਵਿੱਚ ਨੇ, ਕੀ ਉਹਨਾਂ ਦਾ ਕੀ ਹਸ਼ਰ ਹੋਇਆ, ਕੰਪੈਰੇਟਿਵਲੀ ਜੇ ਇਹੀ ਕਤਲ ਕਿਸੇ ਇੱਕ ਸਿਵਲੀਅਨ ਨੇ ਕੀਤਾ ਹੁੰਦਾ ਉਹਦਾ ਕੀ ਹਸ਼ਰ ਹੁੰਦਾ। ਦੇਖੋ ਜੀ, ਉਹਦੇ ਵਿੱਚ ਸਾਰੀ ਲਿਪਾ ਪੋਚੀ ਹੋਈ ਹੈ। ਉਹ ਵੀ ਜੇ ਪਬਲਿਕ ਦਾ ਪ੍ਰੈਸ਼ਰ ਨਾ ਹੁੰਦਾ, ਜੋ ਕੁਝ ਹੋਇਆ ਜਗਦੀਸ਼ ਜੀ, ਉਹ ਵੀ ਨਹੀਂ ਸੀ ਹੋਣਾ। ਉਹਦੇ ਵਿੱਚ ਫਰਸੀਲੋ ਨਾਂ ਦਾ ਜਿਹੜਾ ਕਾਂਸਟੇਬਲ ਸੀਗਾ, ਉਹਨੂੰ ਚਾਰਜ ਕੀਤਾ ਗਿਆ ਤੇ ਉਹਦੀ ਜਿਹੜੀ ਕਨਵਿਕਸ਼ਨ ਹੋਈ ਆ, ਉਹ ਕਨਵਿਕਸ਼ਨ ਹੋਈ ਆ ਅਟੈਂਪਟ ਮਰਡਰ ਦੇ ਥੱਲੇ। ਤੁਸੀਂ ਇੱਕ 17-18 ਸਾਲਾਂ ਦੇ ਯੂਥ ਨੂੰ ਜਿਹੜਾ ਕਿਸੇ ਨੂੰ ਖਤਰਾ ਨਹੀਂ, ਜਿਵੇਂ ਤੁਸੀਂ ਕਵਰ ਕਰਤਾ, ਉਹਦੇ 8 ਗੋਲੀਆਂ ਤੁਸੀਂ ਮਾਰੀਆਂ, 2-3 ਟੇਜ਼ਰਾਂ ਉਹਦੇ ਮਾਰੀਆਂ, ਕੋਈ ਸਟਰੀਟ ਕਾਰ ਵਿੱਚ ਬੰਦਾ ਨਹੀਂ, ਕੋਈ ਉਹਨੇ ਹੌਸਟੇਜ ਨਹੀਂ ਲਿਆ ਆ, ਮਤਲਬ ਤਾੜ ਗੋਲੀਆਂ ਚਲਾ ਕੇ ਤੁਸੀਂ ਪਬਲਿਕ ਵਿਊ ਦੇ ਵਿੱਚ ਉਹਨੂੰ ਮਾਰ ਦਿੱਤਾ। ਤੇ ਉਹਨੂੰ ਜਿਹੜਾ ਫਰਸੀਲੋ ਸੀ ਕਾਂਸਟੇਬਲ, ਉਹਦੀ ਕਨਵਿਕਸ਼ਨ ਹੋਈ ਆ ਅਟੈਂਪਟ ਮਰਡਰ ਦੇ ਥੱਲੇ, ਤੇ ਉਹਨੂੰ ਸਿਰਫ 6 ਸਾਲ ਕੈਦ ਦੀ ਸਜ਼ਾ ਹੋਈ। 21 ਮਹੀਨਿਆਂ ਬਾਅਦ ਉਹਦੀ ਜਿਹੜੀ ਪਾਰਸ਼ਲ ਪੈਰੋਲ ਹੋ ਗਈ। ਜਦੋਂ 3 ਮਹੀਨੇ ਹੋਰ ਲੰਘੇ, ਜਾਨੀ ਟੋਟਲ 24 ਮਹੀਨੇ 2 ਸਾਲ ਲੰਘੇ, ਤੇ ਉਹਦੀ ਫੁੱਲ ਪੈਰੋਲ ਹੋ ਗਈ। ਇਹ ਸਜ਼ਾ ਉਹਨੂੰ ਮਿਲੀ ਹੈ ਇੱਕ 18 ਸਾਲਾਂ 17-18 ਸਾਲਾਂ ਦੇ ਯੂਥ ਨੂੰ 8 ਗੋਲੀਆਂ ਤੇ 2-3 ਟੇਜ਼ਰਾਂ ਮਾਰ ਕੇ ਮਾਰਨ ਦੀ। ਕਿਉਂਕਿ SIU ਨੇ ਕੇਸ ਨੂੰ ਬਣਾਉਣਾ ਹੁੰਦਾ, SIU ਨੇ ਵਿਟਨੈਸ ਨੂੰ ਲਾਈਨ ਅਪ ਕਰਨਾ ਹੁੰਦਾ, SIU ਨੇ ਐਵੀਡੈਂਸ ਨੂੰ ਸੁਰੱਖਿਅਤ ਕਰਨਾ ਹੁੰਦਾ। SIU ਨੇ ਜਿਹੜਾ ਫਰੇਮਵਰਕ ਤਿਆਰ ਕਰਕੇ ਉੱਤੇ ਕੇਸ ਬਣਾਇਆ, ਇੰਨਾ ਵੀਕ ਸੀਗਾ, ਉਹਦੇ ਵਿੱਚ ਕਨਵਿਕਸ਼ਨ ਦੇ ਚਾਂਸਸ ਇੰਨੇ ਕੋਈ ਸੀ ਜਿੰਨੇ ਹੈਗੇ, ਉਹ ਵੀ ਪਬਲਿਕ ਪ੍ਰੈਸ਼ਰ ਹੋਣ ਕਰਕੇ, ਨਹੀਂ ਤੇ ਸ਼ਾਇਦ ਇਹ ਵੀ ਨਾ ਹੁੰਦਾ। ਹੋਰ ਬਹੁਤ ਸਾਰੇ ਕੇਸ ਨੇ ਜਿਨ੍ਹਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਜਾ ਸਕਦੀਆਂ ਨੇ। ਹੋਰ ਥੋੜਾ ਪਿੱਛੇ ਚਲੇ ਜਾਈਏ, ਲਗਾਤਾਰ SIU ਦੇ ਉੱਤੇ ਕੁਐਸਚਨ ਚੱਲਦੇ ਆ ਰਹੇ ਨੇ, ਔਰ SIU ਦੇ ਬਾਰੇ ਦੇ ਵਿੱਚ ਅੱਗੇ ਚੱਲ ਕੇ ਆਪਾਂ ਬਰੈਂਪਟਨ ਦੇ ਕੇਸ ਦੀ ਵੀ ਗੱਲਬਾਤ ਕਰਨੀ ਹੈ। ਔਰ ਜਿਹੜਾ ਕਿ ਡੀਆਂਡਰੇ ਕੈਂਪਬਲ 26 ਸਾਲ ਦਾ ਨੌਜਵਾਨ, ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਪਰ ਕੀ ਕੋਈ SIU ਦਾ ਇੱਦਾਂ ਦਾ ਵੀ ਕੇਸ ਸਾਹਮਣੇ ਆਇਆ ਜਿਹਦੇ 'ਚ ਉਹਨੇ ਪੁਲਿਸ ਨੂੰ ਬਹੁਤ ਸਖਤ ਕਾਰਵਾਈ ਕੀਤੀ ਹੋਵੇ, ਪੁਲਿਸ ਦੇ ਵੱਲੋਂ ਕੀਤੇ ਗਏ ਕਿਸੇ ਵੀ ਐਸੇ ਐਕਸ਼ਨ ਦੀ ਜਿਹੜੇ ਟੋਟਲੀ ਉਹਨਾਂ ਨੂੰ ਕਰਨ ਦਾ ਨਹੀਂ ਬਣਦਾ ਸੀ, ਤੇ ਪੁਲਿਸ ਨੇ ਉਹ ਕਰ ਦਿੱਤਾ, ਤੇ ਉਸ ਤੋਂ ਬਾਅਦ SIU ਨੇ ਉਸ ਉੱਤੇ ਸਖਤ ਐਕਸ਼ਨ ਆ ਜਿਹੜੇ ਉਹ ਲਏ ਹੋਣ? ਦੇਖੋ ਜੀ, ਮੈਂ ਤਾਂ ਜਿੰਨਾ ਇਹਦੇ ਬਾਰੇ ਖਬਰਾਂ ਦੇ ਥਰੂ ਪਹਿਲਾਂ ਪੜ੍ਹਦਾ ਰਿਹਾ, ਜਾਂ ਮੈਂ ਥੋੜੀ ਬਹੁਤੀ ਰਿਸਰਚ ਕਰਕੇ ਪੜ੍ਹਿਆ, ਕੀ ਹੋਇਆ ਕਿਸੇ ਕੇਸ ਦੇ ਵਿੱਚ ਵੀ ਜਿਹੜੀ SIU ਦਾ ਕੋਈ ਵੀ ਐਕਸ਼ਨ ਆ ਉਹ ਸੈਟਿਸਫੈਕਟਰੀ ਨਹੀਂ ਹੈਗਾ। ਉਹ ਪ੍ਰੋ ਪੁਲਿਸ ਆ, ਉਹਦਾ ਬਾਇਸ ਆ ਪ੍ਰੋ ਪੁਲਿਸ SIU ਦਾ, ਕਿਉਂਕਿ SIU 'ਚ ਜਗਦੀਸ਼ ਜੀ ਅਜੇ ਵੀ ਪੁਲਿਸ ਬੈਕਗਰਾਊਂਡ ਦੇ ਲੋਕ ਇਹਦੇ ਵਿੱਚ ਕੰਮ ਕਰਦੇ ਆ, ਔਰ ਇਹਦੇ ਡਾਇਰੈਕਟਰ ਜਿਹੜੇ ਵੱਖ-ਵੱਖ ਸਮਿਆਂ ਦੇ ਰਹਿ ਚੁੱਕੇ, ਜੇ ਆਪਾਂ ਦੇਖੀਏ ਤੇ ਉਹ ਕਰਾਊਨ ਅਟਰਨੀਜ਼ ਰਹੇ ਆ। ਹੁਣ ਕਰਾਊਨ ਅਟਰਨੀ ਤੇ ਪੁਲਿਸ, ਇਹ ਚਾਚੇ ਤਾਏ ਦੇ ਸਕੇ ਭਰਾ ਵਾਲੀ ਗੱਲ ਆ ਇਹਨਾਂ ਦੀ। ਇਹਨਾਂ ਨੇ ਇਕੱਠਿਆਂ ਨੇ ਕੰਮ ਕਰਨਾ ਹੁੰਦਾ, ਤੁਸੀਂ ਉਹਨੂੰ ਚੱਕ ਕੇ ਡਾਇਰੈਕਟਰ SIU ਦਾ ਲਾ ਦਿਓ, ਕਿਸੇ ਕਰਾਊਨ ਅਟਰਨੀ ਨੂੰ। ਉੱਥੇ ਪੁਲਿਸ ਨਾਲ ਹੀ ਸਾਰੀ ਉਮਰ ਉਹਨੇ ਕੰਮ ਕੀਤਾ, ਉਹ ਤੇ ਉਹੀ ਕੰਮ ਕਰੇਗਾ ਜੋ ਕੁਛ ਉਹ ਪਹਿਲਾਂ ਕਰਦਾ ਰਿਹਾ ਜੀ। ਸੋ ਬੜਾ ਜੀ, ਹੁਣ ਆਈਏ ਆਪਾਂ ਵਾਪਸ ਇਹ ਤੇ ਜੋ ਕੁਛ ਮਾਲਟਨ ਦੇ ਵਿੱਚ ਵਾਪਰਿਆ, ਉਸ ਤੋਂ ਬਾਅਦ ਲਗਾਤਾਰ ਪ੍ਰੋਟੈਸਟ ਹੋ ਰਿਹਾ, ਔਰ ਪਰਸੋਂ ਤੇ ਕੱਲ ਜਿਹੜਾ ਵਾਲਮਾਰਟ ਆ ਉਹ ਬੰਦ ਰਿਹਾ। ਖਬਰਾਂ ਇਹ ਵੀ ਆਈਆਂ ਨੇ ਕਿ ਜਿਹੜੇ ਪ੍ਰੋਟੈਸਟਰ ਨੇ ਉਹ ਵਾਲਮਾਰਟ ਦੇ ਵਿੱਚ ਗਏ, ਉੱਥੋਂ ਵਾਲਮਾਰਟ ਦੇ ਵਿੱਚ ਉਹਨਾਂ ਨੇ ਕੁਰਸੀਆਂ ਚੱਕੀਆਂ, ਟੈਂਟ ਚੱਕੇ, ਪਾਣੀ ਚੱਕਿਆ, ਹੋਰ ਸਮਾਨ ਚੱਕਿਆ, ਤੇ ਬਿਨਾਂ ਪੇ ਕੀਤੇ ਆ ਕੇ ਬਾਹਰ ਉਹ ਆਪਣੇ ਟੈਂਟ ਲਾਉਣੇ ਸ਼ੁਰੂ ਕਰ ਦਿੱਤੇ ਗਏ, ਤੇ ਇੱਕ ਤਰ੍ਹਾਂ ਦੀ ਲੂਟਿੰਗ ਇੱਥੇ ਹੋਈ ਹੈ ਵਾਲਮਾਰਟ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਵੈਸਟਵੁੱਡ ਮਾਲ ਬੰਦ ਕਰ ਦਿੱਤਾ ਗਿਆ। ਕੀ ਇਹ ਪ੍ਰੋਟੈਸਟ ਨੂੰ ਵੀਕ ਨਹੀਂ ਕਰਦਾ ਹੈਗਾ ਸਾਰਾ ਸਿਸਟਮ? ਬਿਲਕੁਲ ਜੀ, ਸਭ ਕਾਸੇ ਨੂੰ ਇਹ ਡਿਰੇਲ ਕਰਦਾ ਹੈਗਾ। ਅਗਰ ਕੋਈ ਪੁਲਿਸ ਰਿਫਾਰਮ ਅਸੀਂ ਚਾਹੁੰਦੇ ਆ, ਜਦੋਂ ਇਹ ਵਾਇਲੈਂਸ ਵਾਲੇ ਪਾਸੇ ਨੂੰ ਗੱਲ ਜਾਏਗੀ, ਲੁੱਟਮਾਰ ਵਾਲੇ ਪਾਸੇ ਨੂੰ ਜਾਏਗੀ, ਜਿਹੜਾ ਐਕਸਟ੍ਰੀਮ ਲੈਫਟ ਆ ਉਹ ਇਹਦੇ ਤੇ ਭਾਰੂ ਹੋ ਜਾਏਗਾ, ਉਹ ਇਸ ਕਿਸਮ ਦੀ ਨਾਅਰੇਬਾਜ਼ੀ ਕਰੇਗਾ ਜਿਹਦੇ ਵਿੱਚੋਂ ਕੱਖ ਨਹੀਂ ਨਿਕਲੇਗਾ। ਕਿਉਂਕਿ ਜਿਸ ਆਦਮੀ ਦੀ ਜਾਨ ਚਲੀ ਗਈ ਉਹ ਤੇ ਚਲੀ ਗਈ। ਸਾਡਾ ਜਿਹੜਾ ਪਬਲਿਕ ਦਾ ਜਿਹੜਾ ਏਮ ਆ ਉਹ ਉਸ ਕੇਸ ਦੇ ਜਸਟਿਸ ਲੈਣਾ, ਤੇ ਭਵਿੱਖ ਵਿੱਚ ਉਸ ਕਿਸਮ ਦੇ ਜਿਹੜੇ ਕੇਸ ਆ ਉਹ ਨਾ ਹੋਣ, ਉਹਨਾਂ ਨੂੰ ਰੋਕਣ ਲਈ ਬੰਦੋਬਸਤ ਕਰਨ ਲਈ ਸਰਕਾਰਾਂ ਨੂੰ ਮਜਬੂਰ ਕਰਨਾ ਜੀ। ਤੇ ਇਹ ਜਿਹੜੀ ਇਸ ਕਿਸਮ ਦੀ ਐਕਟੀਵਿਟੀ ਆ ਜਿਹਦੇ ਵਿੱਚ ਪਬਲਿਕ ਨੂੰ ਡਿਸਕੰਫਰਟ ਇੰਨਾ ਜ਼ਿਆਦਾ ਹੋਵੇ, ਤੇ ਨਾਲ ਦੀ ਨਾਲ ਇਹ ਲੁੱਟਮਾਰ ਵਰਗੀਆਂ ਹਾਲਤਾਂ ਹੋਣ, ਇਹਦੇ ਨਾਲ ਤੇ ਸਭ ਕੁਝ ਡਿਰੇਲ ਹੋ ਜਾਏਗਾ। ਇਹ ਨੁਕਸਾਨ ਹੋਏਗਾ ਜਿਹੜੇ ਵਿਕਟਮ ਨੇ, ਉਹਨਾਂ ਦੀ ਫੈਮਿਲੀ, ਜਿਹੜੇ ਉਹਨਾਂ ਦੇ ਆਸ-ਪਾਸ ਦੇ ਰਿਸ਼ਤੇਦਾਰ, ਦੋਸਤ ਜਿਹੜੇ ਜਾਂ ਕਮਿਊਨਿਟੀ ਮੈਂਬਰ ਜਿਹੜੇ ਲੀਡ ਕਰ ਰਹੇ ਆ ਇਸ ਕੰਪੇਨ ਨੂੰ, ਜਸਟਿਸ ਦੀ ਨੂੰ, ਉਹਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਇਸ ਕਿਸਮ ਦੇ ਐਲੀਮੈਂਟ ਨੂੰ ਅੱਗੇ ਨਾ ਆਉਣ ਦੇਣ। ਭਰਾ ਜੀ, ਇਸ ਸਮੇਂ ਆਪਣੇ ਨਾਲ ਬਰੈਂਪਟਨ ਈਸਟ ਤੋਂ MPP ਗੁਰਰਤਨ ਜੀ ਜੁੜ ਚੁੱਕੇ ਨੇ।
ਮੈਂ ਉਹਨਾਂ ਦਾ ਵੀ ਥੋੜ੍ਹਾ ਜਿਹਾ ਓਪੀਨੀਅਨ ਲਵਾਂਗਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਦੋਂ ਐਂਡਰੀਆ ਹਾਰਵਿਟਸ ਵੱਲੋਂ SIU ਦੇ ਉੱਤੇ ਟਵੀਟ ਕੀਤਾ ਗਿਆ ਤੇ ਉਸ ਦਾ ਪੁਲਿਸ ਚੀਫਸ ਨੇ ਕੁਝ ਨੇ ਕਾਫੀ ਰਿਐਕਸ਼ਨ ਉਸ ਦੇ ਉੱਤੇ ਦਿਖਾਇਆ ਸੀਗਾ। ਲੈਟਸ ਸੀ ਕਿ NDP ਵੇਅਰ ਡੂ ਦੇ ਸਟੈਂਡ ਔਨ ਦਿਸ SIU। ਗੁਰਰਤਨ ਜੀ, ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿੱਚ। ਹਾਂਜੀ ਗਰੇਵਾਲ ਸਾਹਿਬ ਤੇ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਜੀ ਸਤਿ ਸ਼੍ਰੀ ਅਕਾਲ ਜੀ। ਔਰ ਕੱਲ ਤੁਸੀਂ ਫੈਮਿਲੀ ਨੂੰ ਮਿਲੇ ਔਰ ਉੱਥੇ ਜਾ ਕੇ ਆਪਣੀ ਪ੍ਰੈਸ ਕਾਨਫਰੰਸ ਕੀਤੀ, ਗੱਲਬਾਤ ਕੀਤੀ, ਉਸ ਦੇ ਪਾਸੇ ਆਪਾਂ ਬਾਅਦ ਦੇ ਵਿੱਚ ਆਵਾਂਗੇ। ਪਹਿਲਾਂ ਜਾਣਨਾ ਚਾਹੁੰਦੇ ਹਾਂ ਕਿ ਇਸ ਦਾ ਹੱਲ ਕੀ ਹੈ? ਕੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟਸ ਨੇ ਜਿਹੜੀਆਂ ਇਹ ਸਹੀ ਕੰਮ ਕਰ ਰਹੀਆਂ ਨੇ? ਕੀ ਇਸ ਦੇ ਵਿੱਚ ਰਿਫਾਰਮ ਦੀ ਜ਼ਰੂਰਤ ਹੈ ਜਾਂ ਫਿਰ ਵੇਅਰ ਡੂ ਯੂ ਸਟੈਂਡ, ਡੀਫੰਡ ਦ ਪੁਲਿਸ ਜਾਂ ਰਿਫਾਰਮ ਦ ਪੁਲਿਸ? ਸਾਡੀ ਪੋਜੀਸ਼ਨ ਬੜੀ ਕਲੀਅਰ ਹੈ, ਸਪੈਸੀਫਿਕਲੀ ਵਿਦ SIU ਸਾਨੂੰ ਕੰਪਲੀਟ ਓਵਰਹਾਲ ਦੀ ਲੋੜ ਹੈ ਕਿਉਂਕਿ ਇਸ ਟਾਈਮ ਤੇ ਕਮਿਊਨਿਟੀ ਤੇ ਪਰਿਵਾਰ ਸਾਰੇ ਲੋਕੀ ਦੇ ਡੋਨਟ ਹੈਵ ਫੇਥ ਇਨ SIU ਕਿਉਂਕਿ ਜਦੋਂ ਅਸੀਂ ਸਬੂਤ ਦੇਖਦੇ ਹਾਂ ਤੇ SIU are not laying enough convictions with respect to cases they investigate. ਤੇ ਨਾਲ ਦੇ ਨਾਲ ਇਸ ਵਕਤ ਤੇ ਜਦੋਂ ਅਸੀਂ legislation ਦੇਖਦੇ ਹਾਂ ਐਸੇ ਤੋਂ ਕੋਈ ਪਾਵਰ ਨਹੀਂ ਹੈਗਾ ਪੁਲਿਸ ਆਫਿਸਰਸ ਨੂੰ ਕੰਪੈਲ ਕਰਨ ਲਈ to make sure that they participate in investigations. As time they have no powers to force officers to compel them to participate. So system bill that picture have to be legislature ਦੇ ਵਿੱਚ ਕਿ SIU ਬਿਲਕੁਲ broken ਹੈ ਤੇ ਸਾਨੂੰ complete overhaul ਦੀ ਲੋੜ ਹੈ ਜੀ। ਔਰ ਦੂਸਰਾ ਨਾਰਾ ਜੋ ਲਗਾਤਾਰ ਚੱਲਦਾ ਆ ਰਿਹਾ ਡੀਫੰਡ ਦ ਪੁਲਿਸ, ਉਸ ਦੇ ਉੱਤੇ ਤੁਹਾਡੀ NDP ਦੀ ਕੀ ਪੋਜੀਸ਼ਨ ਹੈ? ਸਾਡੀ ਪੋਜੀਸ਼ਨ ਇਹੀ ਹੈ, ਲੋਕੀ ਬਹੁਤ ਹੁਣ ਕਹਿੰਦੇ ਨੇ ਕਿ there's a movement about defunding the police. ਸਾਡੀ ਪੋਜੀਸ਼ਨ ਇਹੀ ਹੈ, ਸਾਨੂੰ ਇਨਵੈਸਟਮੈਂਟ ਦੀ ਲੋੜ ਹੈ ਜਿਹੜਾ ਖਾਸ ਤੌਰ ਤੇ ਸਰਵਿਸਿਜ਼ ਐਂਡ ਇੰਸਟੀਟਿਊਸ਼ਨਸ ਟੂ ਹੈਲਪ ਪੀਪਲ ਆਊਟ। ਇੱਕ ਮੇਨ ਚੀਜ਼ ਅਸੀਂ ਹੁਣ ਦੇਖ ਚੁੱਕੇ ਮੈਂਟਲ ਹੈਲਥ ਦੇ ਵਿੱਚ ਅਸੀਂ ਹੁਣ ਦੇਖ ਚੁੱਕੇ ਨੇ ਜਿੱਦਾਂ ਤੁਸੀਂ ਅਜਾਜ਼ ਚੌਧਰੀ ਦੀ ਸਿਚੁਏਸ਼ਨ ਜਾਂ ਡਿਆਂਡਰੇ ਕੈਂਪਬਲ ਦੋਨੇ ਸਿਚੁਏਸ਼ਨ ਦੇ ਵਿੱਚ ਲੋਕੀ ਬਿਮਾਰ ਸੀ, they had a mental health crisis ਤੇ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਕੋਈ ਬੰਦੇ ਦਾ ਮੈਂਟਲ ਹੈਲਥ ਕ੍ਰਾਈਸਿਸ ਹੁੰਦਾ they need a health care response, not a police response. So ਸਾਨੂੰ ਕਾਫੀ changes ਦੀ ਲੋੜ ਹੈ and we're here to work on those changes to make sure police are no longer killing people who are mentally unstable or unwell and also to provide the care and support the communities need. ਬਲਰਾਜ ਜੀ, ਤੁਹਾਡਾ ਕੁਐਸਚਨ ਇਸ ਸਮੇਂ NDP ਦੀ ਇਸ ਸਟੈਂਡ ਦੇ ਉੱਤੇ? ਦੇਖੋ ਗੁਰਰਤਨ ਨੇ ਤੁਹਾਡੇ ਸਵਾਲ ਦਾ ਬਹੁਤ ਸਪਸ਼ਟ ਜਵਾਬ ਨਹੀਂ ਦਿੱਤਾ। ਜਦੋਂ ਤੁਸੀਂ ਪੁੱਛਿਆ ਵੀ ਡੀਫੰਡਿੰਗ ਤੇ ਕੀ ਪੋਜੀਸ਼ਨ ਆ ਤੇ ਗੁਰਰਤਨ ਨੇ ਉਹਨੂੰ ਅੱਗੇ ਪਿੱਛੇ ਕਰ ਦਿੱਤਾ, ਆਪਣੀ ਪੋਜੀਸ਼ਨ ਜਿਹੜੀ ਆ ਹੋਰ ਗੱਲਾਂ ਤੇ ਦੱਸਤੀ। ਡੀਫੰਡਿੰਗ ਦੇ ਉੱਤੇ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਪਰ ਮੈਂ ਇੱਕ ਗੱਲ ਨਾਲ ਬਿਲਕੁਲ ਐਗਰੀ ਆ ਵੀ ਜਿਹੜਾ ਲੈਜਿਸਲੇਸ਼ਨ ਆ ਉਹਦੇ ਵਿੱਚ ਕਾਫੀ ਜਿਹੜੀਆਂ ਤਾਕਤਾਂ SIU ਕੋ ਹੈ ਨਹੀਂ। ਇੱਕ SIU 100% ਸਿਵਲੀਅਨ ਹੈ ਨਹੀਂ, ਜਿਹੜੀ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ। 2011 ਦੀ ਅੰਬਡਸਮੈਨ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਉਹਨਾਂ ਨੇ ਰਿਕਮੈਂਡ ਕੀਤਾ ਸੀ ਅਟਾਰਨੀ ਜਨਰਲ ਨੂੰ ਕਿ ਲੈਜਿਸਲੇਸ਼ਨ ਨਵਾਂ ਇਨੈਕਟ ਕੀਤਾ ਜਾਵੇ ਜਿਹਦੇ ਵਿੱਚ SIU ਨੂੰ ਜ਼ਿਆਦਾ ਸਪੋਰਟ ਤੇ ਤਾਕਤਾਂ ਦਿੱਤੀਆਂ ਜਾਣ। ਉਹਦੇ ਵਿੱਚ ਉਹਨਾਂ ਨੇ ਬੜਾ ਸਾਫ਼ ਕਿਹਾ ਸੀ ਪੁਲਿਸ ਆਫੀਸਰਸ, ਮੈਂ ਕੋਟ ਕਰਦਾ, ਪੁਲਿਸ ਆਫੀਸਰਸ ਈਦਰ obstructed or failed to cooperate with SIU in more than 1/3 of its cases in the past 3 years. ਉਹ 11 ਦੇ ਵਿੱਚ ਅੰਮ੍ਰਿਤਸਰ ਨੇ ਕਿਹਾ ਸੀ। ਸੋ ਬਿਲਕੁਲ ਇਹ ਡਿਫੰਟ ਬੋਡੀ ਆ, ਇਹਨੂੰ ਬਿਲਕੁਲ ਇਹਨੂੰ ਓਵਰਹਾਲ ਕਰਨਾ ਬਣਦਾ। ਪਰ ਗੁਰਰਤਨ ਨੂੰ ਚਾਹੀਦਾ ਵੀ ਘੱਟੋ ਘੱਟ ਡੀਫੰਡ ਪੁਲਿਸ ਜਿਹੜਾ ਤੁਸੀਂ ਸਵਾਲ ਕੀਤਾ ਸੀ ਉਹ ਤੇ ਆਪਣੀ ਪੋਜੀਸ਼ਨ ਨੂੰ ਕਲੀਅਰ ਕਰੇ। ਅਗਰ ਹੋਰ ਕਮਿਊਨਿਟੀ ਸਰਵਿਸਿਜ਼, ਮੈਂਟਲ ਹੈਲਥ ਤੇ ਹੋਰ ਜੋ ਵੀ ਇਸ਼ੂਜ਼ ਨੇ ਉਹਨਾਂ ਵਾਸਤੇ ਫੰਡ ਚਾਹੀਦਾ ਤੇ ਪੁਲਿਸ ਨੂੰ ਡਿਫੰਡ ਕਰਕੇ ਕਿਉਂ ਲੈ ਕੇ ਆਉਣਾ? ਇੱਕ ਪਾਸੇ ਤੇ ਲਗਾਤਾਰ ਆਬਾਦੀ ਵੱਧ ਰਹੀ ਆ, ਦੂਜੇ ਪਾਸੇ ਕ੍ਰਾਈਮ ਵੱਧ ਰਿਹਾ, ਤੀਜੇ ਪਾਸੇ ਤੁਸੀਂ ਕਹਿੰਦੇ ਜੀ ਪੁਲਿਸ ਨੂੰ ਡਿਫੰਡ ਕਰ ਦਿਓ। ਆਈ ਮੀਨ ਹਾਊ ਡਜ਼ ਇਟ ਵਰਕ? ਜੀ ਗੁਰਰਤਨ, ਇਸ ਦੇ ਉੱਤੇ ਜਿਹੜੇ ਬਲਰਾਜ ਜੀ ਨੇ ਪਿਛਲੇ ਹਫ਼ਤੇ ਵੀ ਸਾਡੀ ਗੱਲ ਹੋਈ ਸੀਗੀ ਕਿ ਡੀਫੰਡ ਦ ਪੁਲਿਸ ਇਹ ਸਹੀ ਗੱਲ ਨਹੀਂ ਹੋਵੇਗੀ। ਜਿਹੜੇ ਲੈਫਟਿਸਟ ਨੇ ਕਾਫੀ ਜ਼ਿਆਦਾ ਉਹ ਵੱਡੇ ਤਾਦਾਦ ਦੇ ਉੱਤੇ ਡੀਫੰਡ ਦ ਪੁਲਿਸ ਦਾ ਨਾਰਾ ਜਿਹੜਾ ਲਾ ਰਹੇ ਨੇ। ਸੋ ਡੂ ਯੂ ਥਿੰਕ ਥੋੜ੍ਹਾ ਜਿਹਾ ਹੋਰ ਆਪਣੀ ਪੋਜੀਸ਼ਨ ਨੂੰ ਇਹ ਤੇ ਕਲੈਰੀਫਾਈ ਕਰੋਗੇ, NDP ਦੀ ਪੋਜੀਸ਼ਨ ਨੂੰ ਕਲੈਰੀਫਾਈ ਕਰੋਗੇ ਕਿ ਡੀਫੰਡਿੰਗ ਦ ਪੁਲਿਸ ਵਿਲ ਹੈਲਪ ਟੂ ਰਿਡਿਊਸ ਦ ਕ੍ਰਾਈਮ ਐਂਡ ਜੋ ਵੀ ਪੁਲਿਸ ਬਰੂਟੈਲਿਟੀ ਹੈ ਉਸ ਨੂੰ ਰਿਡਿਊਸ ਕਰਨ ਦੇ ਵਿੱਚ? So, Satya, your position both clear at time. We are focusing on making sure police and the resources there are being allocated to helping communities. They ਜਦੋਂ ਅਸੀਂ ਦੇਖਦੇ ਹਾਂ ਜਿਹੜਾ police ਜਿਹੜਾ ਉਹਦਾ as ਵਕਤ ਉਹਦਾ situation ਉਹਦਾ where they making investment. ਜਦੋਂ ਅਸੀਂ ਦੇਖਦੇ ਹਾਂ ਕਈ police precincts ਵਿੱਚ ਕਈ police divisions ਦੇ ਵਿੱਚ ਬਹੁਤ ਜ਼ਿਆਦਾ militarization ਹੁੰਦੇ ਨੇ। They're spending money on very high militarized weaponry. We're saying ਉਸ ਪਾਸੇ community initiatives ਪਾ ਦਿਓ। ਜਦੋਂ ਅਸੀਂ ਦੇਖਦੇ ਨੇ
police are allocating money in different ways. Well, sanu chahiye ne investment mental health care de vich and de-escalation tactics de vich. As waqt loki hon bari clearly kehndे ne jadon even kal main milya siga Chaudhary sahab the family de naal, they very clearly say sanu investment di lord hai healthcare de vich, sanu investment di lord hai mental health care de vich. So sade petition main bahut clearly kehna as waqt we need investment in healthcare, we need investment in de-escalation, we need to make sure that police divisions and police agencies are not investing in militarized weapons, they're investing in communities, and that's what we're fighting for. All right, Gurratan ji, ਕੱਲ ਤੁਸੀਂ ਫੈਮਿਲੀ ਨੂੰ ਮਿਲੇ, ਫੈਮਿਲੀ ਨੇ ਬੜੀ ਸਟਰੋਂਗ ਡਿਮਾਂਡ ਰੱਖੀ ਹੈ ਪਬਲਿਕ ਇਨਕੁਆਇਰੀ ਦੀ। ਬਲਰਾਜ ਜੀ, ਤੁਸੀਂ ਥੋੜਾ ਅੱਗੇ ਚੱਲ ਕੇ ਐਕਸਪਲੇਨ ਕਰਨਾ ਕਿ ਜਿਹੜੀ ਪਬਲਿਕ ਇਨਕੁਆਇਰੀ ਹੈ ਹਾਊ ਦੈਟ ਵਿਲ ਡਿਫਰ ਫਰੋਮ SIU ਦੀ ਇਨਕੁਆਇਰੀ ਤੋਂ, ਤੇ ਗੁਰਰਤਨ ਜੀ ਕਿੰਨੇ ਚਾਂਸਸ ਨੇ ਕਿ ਇਸ ਕੇਸ ਦੀ ਪ੍ਰੋਪਰ ਪਬਲਿਕ ਇਨਕੁਆਇਰੀ ਹੋਵੇ? ਹਾਂਜੀ, ਸੋ ਜਦੋਂ ਅਸੀਂ ਦੇਖਦੇ ਨੇ SIU ਦੀ ਗੱਲ ਹੈ, ਇਹ ਬਿਲਕੁਲ ਸਾਫ਼ ਹੈ, ਅਸੀਂ ਸਬੂਤ ਦੇਖ ਸਕਦੇ ਕਿ SIU is broken and we need an overhaul. So as time ਤੇ ਸਾਨੂੰ ਪਤਾ ਕਿ ਬਹੁਤ ਜ਼ਿਆਦਾ ਬੇਇਨਸਾਫੀ ਹੋਇਆ ਮਾਲਟਨ ਦੇ ਵਿੱਚ। ਬਹੁਤ ਦੁੱਖ ਵਾਲੀ ਗੱਲ ਹੈ ਕਿ ਇੱਕ ਜਿਹੜਾ ਬਜ਼ੁਰਗ ਬੰਦਾ ਜਿਹੜਾ he was by himself ਕੱਲਾ ਸੀਗਾ ਉਹਦੇ ਅਪਾਰਟਮੈਂਟ ਦੇ ਵਿੱਚ and he was killed by the police. ਆਹ ਸਿਚੁਏਸ਼ਨ ਸਾਨੂੰ answers ਦੀ ਲੋੜ ਹੈ, ਪਰਿਵਾਰ ਵੀ ਕਹਿੰਦੇ ਨੇ ਉਹਨੂੰ answers ਦੀ ਲੋੜ ਹੈ। So we're standing alongside the family and we agree with their demand. ਅਸੀਂ ਜਿਹੜੇ ਪਰਿਵਾਰ ਨਾਲ ਅਸੀਂ ਬਿਲਕੁਲ ਅਸੀਂ ਸਹਿਮਤ ਹੈਗੇ ਨੇ, we are in agreement that we need a public independent inquiry to what happened, ਤਾਂ ਕਿ ਅਸੀਂ ਪਤਾ ਕਰ ਸਕਦਾ ਜੋ ਕੁਛ ਹੋਇਆ ਕਿਉਂ ਹੋਇਆ ਤੇ ਕਿਵੇਂ ਹੋਇਆ। ਜੀ, ਔਰ ਤੁਸੀਂ ਫੈਮਿਲੀ ਨੂੰ ਮਿਲੇ ਆ, ਜਿਸ ਤਰ੍ਹਾਂ ਪੁਲਿਸ ਆਫਿਸਰ ਡੋਰ ਖੋਲਦਾ ਬੈਕ ਡੋਰ ਲੱਤ ਮਾਰ ਕੇ, ਤੇ ਉਸ ਤੋਂ ਬਾਅਦ ਲਗਾਤਾਰ ਉਹ ਸ਼ਾਊਟ ਕਰ ਰਿਹਾ ਕਿ ਡ੍ਰੌਪ ਦ ਗਨ, ਡ੍ਰੌਪ ਦ ਗਨ। what did family tell you ਕਿ ਵਾਕਈ ਉਸਦੇ ਪਾਸ ਕੋਈ ਗਨ ਸੀਗੀ ਜਾਂ ਫਿਰ ਉਸਦੇ ਪਾਸ ਕੋਈ ਕਿਚਨ ਨਾਈਫ ਸੀ? ਕੀ ਸੀਗਾ ਇਜ਼ਾਦ ਚੌਧਰੀ ਪਾਸ ਜਿਹਦੇ ਕਰਕੇ ਪੁਲਿਸ ਨੂੰ ਲੱਗਿਆ ਕਿ ਉਸਦੇ ਪਾਸ ਗਨ ਹੈ ਤੇ ਉਹਨਾਂ ਨੇ ਸ਼ਾਊਟ ਕਰਨਾ ਸ਼ੁਰੂ ਕਰਤਾ ਡ੍ਰੌਪ ਦ ਗਨ? 19 ਸੈਕਿੰਡ ਦੇ ਵਿੱਚ ਬੁਲੇਟ ਆਫਟਰ ਬੁਲੇਟ ਆ ਜਿਹੜੀ ਉਹ ਦਾਗ ਦਿੱਤੀ। ਸੋ what the family said about that? ਪਰਿਵਾਰ ਮੈਨੂੰ ਏਦਾਂ ਕਿਹਾ ਸੀਗਾ ਕਾਫੀ ਕਲੀਅਰਲੀ ਕਿ ਜਿਹੜਾ ਚੌਧਰੀ ਸਾਹਿਬ ਸੀ ਉਹਦੇ ਕੋਲ ਥੋੜਾ ਮੈਂਟਲ ਹੈਲਥ ਕ੍ਰਾਈਸਿਸ ਹੁੰਦਾ ਸੀਗਾ and this has happened in the past with him. ਤੇ ਜਦੋਂ ਹੁੰਦਾ ਸੀਗਾ they would always do the same thing, ਉਹ ਪੈਰਾਮੈਡਿਕਸ ਨੂੰ ਫੋਨ ਕਰਦੇ ਸੀ ਉਹਦਾ ਮਦਦ ਲਈ। so the family didn't even call police, ਉਹ ਪੁਲਿਸ ਨਹੀਂ ਫੋਨ ਕੀਤਾ ਸੀਗਾ। ਜਦੋਂ ਪੈਰਾਮੈਡਿਕਸ ਆਇਆ ਸੀ ਉਸ ਤੋਂ ਬਾਅਦ ਪੁਲਿਸ ਆਇਆ ਸੀ। ਜਦੋਂ ਪੁਲਿਸ ਆਇਆ ਸੀ ਚੌਧਰੀ ਸਾਹਿਬ ਜਿਹੜਾ ਪਰਿਵਾਰ ਮੈਨੂੰ ਦੱਸੇ ਸੀ ਕਿ he was by himself, ਉਹ ਕੱਲਾ ਸੀਗਾ ਉਹਦੇ ਅਪਾਰਟਮੈਂਟ ਵਿੱਚ ਸੀਗਾ। he was not a threat to anyone, ਉਹਦਾ ਕੋਈ threat ਨਹੀਂ ਸੀ ਕਿਸੇ ਹੋਰ ਬੰਦਾ ਦਾ। and in this situation ਦੇਖ ਲਓ end result ਕੀ ਸੀਗਾ, no threat to anyone, by himself in his apartment। ਤੇ ਪੁਲਿਸ ਫਿਰ ਜਿਹੜਾ ਲਾਡ ਨੂੰ ਚੜ ਕੇ ਅਪਾਰਟਮੈਂਟ ਆ ਕੇ they shot and killed ਚੌਧਰੀ ਸਾਹਿਬ। this is a huge devastation for the community। ਤੁਸੀਂ ਆਪ ਦੇਖ ਸਕਦੇ ਜਿੱਦਾਂ YouTube ਤੇ ਜਾਂ Twitter ਤੇ ਕਿ ਬਹੁਤ ਜ਼ਿਆਦਾ ਲੋਕੀ ਆਏ ਹੋਏ ਨੇ to show their condolences and support with the family, and that's why we're saying we need an independent inquiry to see what and why happened with Chaudhary Sahab. All right, thank you so much, Gurratan ji. Thank you ਤੁਹਾਡਾ ਬਹੁਤ ਬਹੁਤ ਕਰਵਾ ਸਾਹਿਬ, ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਸਲਾਮ ਅਲੈਕੁਮ। ਬਲਰਾਜ ਜੀ, ਪੀਰ ਪੀਸ ਤੇ ਚੀਫ ਵੱਲੋਂ ਜਿਹੜੀ ਆਪਣੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਉਹ ਵੀ ਮੈਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗਾ, ਪਰ ਕੀ ਫਰਕ ਹੋਵੇਗਾ ਜਿਹੜੀ ਪਬਲਿਕ ਇਨਕੁਆਇਰੀਜ਼ ਦੀ ਡਿਮਾਂਡ ਕੀਤੀ ਜਾ ਰਹੀ ਹੈ ਇਸ ਸਮੇਂ ਫੈਮਿਲੀ ਵੱਲੋਂ, ਲੋਕਾਂ ਵੱਲੋਂ ਇਸ ਕੇਸ ਦੇ ਬਾਰੇ 'ਚ, ਉਹਦਾ SIU ਦੀ ਇਨਵੈਸਟੀਗੇਸ਼ਨ ਤੋਂ ਕੀ ਫਰਕ ਹੋਵੇਗਾ? ਦੇਖੋ, ਜਿੰਨੇ ਪ੍ਰੋਵਿੰਸਸ ਤੇ ਟੈਰੀਟਰੀਜ਼ ਤੇ ਫੈਡਰਲ ਸਰਕਾਰ ਇਹਨਾਂ ਕੋਲ ਆਪਣੇ ਲੈਜਿਸਲੇਸ਼ਨ ਹੈਗੇ ਆ, ਲੈਜਿਸਲੇਟਿਵ ਫਰੇਮਵਰਕ ਇਹਨਾਂ ਕੋਲ ਹੈਗਾ ਪਬਲਿਕ ਇਨਕੁਆਇਰੀਜ਼ ਦਾ, ਜਿਹਦੇ ਅੰਡਰ ਇਹ ਪਬਲਿਕ ਇਨਕੁਆਇਰੀ ਕਿਸੇ ਵੀ ਮਸਲੇ ਦੇ ਉੱਤੇ ਆਰਡਰ ਕਰ ਸਕਦੇ ਆ। ਆਰਡਰ ਇਨ ਜਿਹੜਾ ਹੁੰਦਾ ਕਾਉਂਸਲ, ਜਿਹੜਾ ਕੈਬਨਿਟ ਆ, ਆਰਡਰ ਇਨ ਕਾਉਂਸਲ ਫੈਸਲਾ ਵੀ ਲੈ ਸਕਦੀ ਹੈ। ਜਦੋਂ ਵੀ ਕੋਈ ਇਸ ਕਿਸਮ ਦੀ ਪਬਲਿਕ ਇਨਕੁਆਇਰੀ ਜੇ ਪ੍ਰੋਵਿੰਸ ਨੇ ਜਾਂ ਫੈਡਰਲ ਸਰਕਾਰ ਨੇ ਕਰਾਉਣੀ ਹੋਵੇ ਤੇ ਉਹਨਾਂ ਨੂੰ ਉਹਦੇ ਵਾਸਤੇ ਇਨਕੁਆਇਰੀ ਕਮਿਸ਼ਨਰ ਨਾਮਜ਼ਦ ਕਰਨਾ ਪੈਂਦਾ, ਜਿਹੜਾ ਜਨਰਲੀ ਕੋਈ ਸਿਟਿੰਗ ਜੱਜ ਜਾਂ ਕੋਈ ਰਿਟਾਇਰਡ ਜੱਜ ਹੁੰਦਾ ਹੈ। ਫਿਰ ਉਹਦੇ ਵਾਸਤੇ ਬਜਟ ਵੀ ਐਲੋਕੇਟ ਕਰਨਾ ਪੈਂਦਾ। ਬਜਟ ਐਲੋਕੇਟ ਕਰਨ ਤੋਂ ਇਲਾਵਾ ਉਹਨਾਂ ਨੂੰ ਟਰਮਜ਼ ਆਫ ਰੈਫਰੈਂਸ ਦੇਣੀਆਂ ਪੈਂਦੀਆਂ ਵੀ ਇਹਨੇ ਕਰਨਾ ਕੀ ਹੈ, ਕਿ ਇਸ ਫਰੇਮਵਰਕ ਵਿੱਚ ਰਹਿ ਕੇ ਕੰਮ ਕਰਨਾ। ਸੋ ਹਾਲੇ ਤੱਕ ਮੈਨੂੰ ਇਹ ਨਹੀਂ ਪਤਾ ਵੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਉਹ ਕਿਸ ਕਿਸਮ ਦੀ ਪਬਲਿਕ ਇਨਕੁਆਇਰੀ ਦੀ ਡਿਮਾਂਡ ਕੀਤੀ ਜਾ ਰਹੀ ਹੈ। ਇੱਕ ਕਿਸਮ ਦੀ ਪਬਲਿਕ ਇਨਕੁਆਇਰੀ ਤਾਂ ਉਹ ਹੋ ਸਕਦੀ ਹੈ ਜਿਹਦੇ ਵਿੱਚੋਂ ਕ੍ਰਿਮੀਨਲ ਚਾਰਜਸ ਵੀ ਨਿਕਲਣੇ ਹੋਣ।
ਜਾਣੀ ਉਹਨਾਂ ਕੋਲੇ ਹੱਕ ਹੋਵੇ ਵੀ ਉਹ ਫੈਸਲਾ ਕਰ ਸਕਣ ਵੀ ਕੀ ਚਾਰਜਸ ਲਾਏ ਜਾਣ, ਜਿਵੇਂ SIU ਲਾਉਂਦੀ ਹੈ। ਇੱਕ ਪਬਲਿਕ ਇਨਕੁਆਇਰੀ ਇਸ ਕਿਸਮ ਦੀ ਹੋ ਸਕਦੀ ਹੈ ਵੀ ਖਾਮੀਆਂ ਕੀ ਰਹਿ ਗਈਆਂ ਪੁਲਿਸ ਵਾਲੇ ਪਾਸੇ, ਪੁਲਿਸ ਨੂੰ ਪ੍ਰੋਪਰ ਹੈਂਡਲ ਕਿਉਂ ਨਹੀਂ ਕਰ ਸਕੀ, ਇਸ ਕਰਕੇ ਪੁਲਿਸ ਦੇ ਵਿੱਚ ਕਿਸ ਕਿਸਮ ਦੀ ਰਿਫਾਰਮ ਜਾਂ ਫਿਊਚਰ ਵਿੱਚ ਕੀ ਧਿਆਨ ਰੱਖਿਆ ਜਾਵੇ। ਸੋ ਉਹ ਟਰਮਸ ਆਫ ਰੈਫਰੈਂਸ ਤੇ ਡਿਪੈਂਡ ਕਰਦਾ। ਮੈਨੂੰ ਇਹ ਨਹੀਂ ਪਤਾ ਵੀ ਡਿਮਾਂਡ ਕਰਨ ਵਾਲੀ ਜਿਹੜੀ ਧਿਰ ਆ ਉਹ ਐਗਜ਼ੈਕਟਲੀ ਕਿਸ ਕਿਸਮ ਦਾ ਕਮਿਸ਼ਨ ਜਿਹੜਾ ਡਿਮਾਂਡ ਕਰ ਰਹੀ ਆ। ਪਰ ਅਗਰ ਸਰਕਾਰ ਕੋਈ ਕਮਿਸ਼ਨ ਨਾਮਜ਼ਦ ਕਰਨਾ ਚਾਹੁੰਦੀ ਆ ਜਾਂ ਕਰਨ ਵਾਲੇ ਪਾਸੇ ਜਾਵੇ ਤੇ ਸਰਕਾਰ ਨੂੰ 3-4 ਸਟੈਪ ਲੈਣੇ ਪੈਣਗੇ। ਕਿਸੇ ਜਸਟਿਸ ਨੂੰ ਅਸਾਈਨ ਕਰਨਾ ਪਏਗਾ, ਟਰਮਸ ਆਫ ਰੈਫਰੈਂਸ ਤਿਆਰ ਕਰਨੀਆਂ ਪੈਣਗੀਆਂ ਤੇ ਉਹਦੇ ਲਈ ਬਜਟ ਐਲੋਕੇਟ ਕਰਨਾ ਪਏਗਾ, ਜਦਕਿ SIU ਕੋ ਪਹਿਲਾਂ ਹੀ ਉਹ ਸਾਰਾ ਕੁਝ ਜਿਹੜਾ ਫਰੇਮਵਰਕ ਹੈਗਾ ਹੈ। ਜੀ, ਸੋ ਮੈਂ ਜੋ ਇਹ ਸਾਰਾ ਕੁਝ ਦੇਖ ਰਿਹਾ ਬਲਾ ਜੀ 2 ਦਿਨ ਤੋਂ ਮੈਂ ਦੇਖ ਰਿਹਾ ਕਿ ਯੰਗ ਐਂਗਰੀ ਮੈਨਸ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਔਰ ਜੋ ਉਹਨਾਂ ਨੂੰ ਨਾਅਰੇ ਦੇ ਦਿੱਤੇ ਗਏ ਨੇ ਡੀਫੰਡ ਦ ਪੁਲਿਸ, ਵੀ ਨੀਡ ਪਬਲਿਕ ਇਨਕੁਆਇਰੀ, ਉਹ ਗੱਲ ਕੀਤੀ ਜਾ ਰਹੀ ਹੈ। ਪਰ ਜੇਕਰ ਅਸੀਂ ਇਸੇ ਹੀ ਮੁਹਿੰਮ ਨੂੰ ਅਸੀਂ ਅਮਰੀਕਾ ਵੱਲ ਦੇਖਦੇ ਹਾਂ, ਯੈਸ ਉੱਥੇ ਯੰਗ ਐਗਰੀਮੈਨ ਜਿਹੜੇ ਤੱਤੇ ਨੇ ਉਹ ਵੀ ਆਪਾਂ ਕਹਿ ਸਕਦੇ ਹਾਂ ਉਹ ਵੀ ਸ਼ਾਮਲ ਨੇ, ਪਰ ਨਾਲ ਦੀ ਨਾਲ ਉਹਨਾਂ ਦੇ ਮਗਰ ਜਿਹੜੇ ਕੰਮ ਕਰਨ ਵਾਲੇ ਕੁਝ ਲੋਕ ਨੇ ਜਿਹੜੇ ਉਹ ਲਾਅ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ ਤੇ ਹਾਈਲੀ ਐਜੂਕੇਟਿਡ ਵੀ ਨੇ, ਉਹ ਸਾਰਾ ਕੁਛ ਸਿਸਟਮ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ, ਉਹ ਵੀ ਨਾਲ ਦੀ ਨਾਲ ਉਹ ਕੰਟੀਨਿਊ ਚੱਲ ਰਿਹਾ ਵਾ। ਹਾਲੇ ਮਾਲਟਨ ਵਾਲੇ ਕੇਸ ਦੇ ਵਿੱਚ ਮੈਨੂੰ ਇਸ ਤਰ੍ਹਾਂ ਦਾ ਕੋਈ ਹਾਈਲੀ ਐਜੂਕੇਟਿਡ ਪਰਸਨ ਜਿਹੜਾ ਇਹ ਲਾਅ ਨੂੰ ਵੀ ਸਮਝਦਾ ਹੋਵੇ ਤੇ ਸਮਝਦਾ ਹੋਵੇ ਵੀ ਅੱਗੇ ਅਸੀਂ ਕੀ ਕਰਨਾ, ਉਹਦੇ ਬਿਆਨ ਹਜੇ ਕੋਈ ਬਹੁਤੇ ਸਾਹਮਣੇ ਨਹੀਂ ਆਏਗੇ। ਹੋ ਸਕਦਾ ਕਿ ਆਉਣ ਵਾਲੇ ਦਿਨਾਂ ਤੋਂ ਇਹ ਸਾਰੇ ਲੋਕ ਉਹਨਾਂ ਨਾਲ ਜੁੜ ਜਾਣ ਤੇ ਇਹ ਮੁਹਿੰਮ ਆ ਜਿਹੜੀ ਪਬਲਿਕ ਇਨਕੁਆਇਰੀ ਵੱਲ ਚੱਲੇ। ਤੇ ਜਿਸ ਤਰ੍ਹਾਂ ਜਾਰਜ ਫਲੋਇਡ ਦਾ ਕੇਸ ਉਹਨੇ ਪੂਰੇ ਅਮਰੀਕਾ ਦੇ ਵਿੱਚ ਰਿਫਾਰਮ ਦੀ ਗੱਲ ਕਰ ਦਿੱਤੀ, ਇਸੇ ਤਰ੍ਹਾਂ ਹੀ ਇਜ਼ਾਦ ਚੌਧਰੀ ਦਾ ਜਿਹੜਾ ਕੇਸ ਆ ਇਹ ਇੱਥੇ ਸਾਡੇ ਰੀਜਨ ਦੇ ਵਿੱਚ ਇੱਕ ਪੂਰੀ ਦੀ ਪੂਰੀ ਰਿਫਾਰਮ ਦੀ ਮੁਹਿੰਮ ਆ ਜਿਹੜੀ ਉਹ ਲੈ ਆਵੇ। ਬਿਲਕੁਲ ਜੀ, ਇਹਦਾ ਰਿਪਲ ਇਫੈਕਟ ਸਾਰੇ ਪ੍ਰੋਵਿੰਸ ਦੇ ਵਿੱਚ ਔਰ ਦੂਜੇ ਸੂਬਿਆਂ ਤੱਕ ਵੀ ਜਾ ਸਕਦਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਇਸ ਵੇਲੇ ਜਿਹੜੀ ਲੀਡ ਆ ਜਾਂ ਗਾਈਡੈਂਸ ਦੇਣ ਵਾਸਤੇ ਜਿਹੜੇ ਬਿਲਕੁਲ ਪੜ੍ਹੇ ਲਿਖੇ, ਕਾਨੂੰਨ ਤੋਂ ਵਾਕਿਫ, ਕਮਿਊਨਿਟੀ ਰਿਲੇਸ਼ਨਸ ਤੋਂ ਵਾਕਿਫ ਜਿਹੜੇ ਲੋਕ ਹੋਣ, ਉਹਨਾਂ ਦਾ ਉਸ ਕਮੇਟੀ ਵਿੱਚ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਜਸਟਿਸ ਮੰਗ ਰਹੀ ਹੈ ਇਜ਼ਾਦ ਚੌਧਰੀ ਵਾਸਤੇ, ਤਾਂ ਕਿ ਜਿਹੜੀ ਇਹ ਸਾਰੀ ਦੀ ਸਾਰੀ ਮੂਵਮੈਂਟ ਆ ਇਹ ਗਲਤ ਪਾਸੇ ਨੂੰ ਜਿਹੜੀ ਆ ਉਹ ਤਿਲਕ ਨਾ ਜਾਵੇ। ਇਹਦੇ ਤੇ ਸਾਰਾ ਦਾ ਸਾਰਾ ਜਿਹੜਾ USA ਵਿੱਚ ਜਿਸ ਕਿਸਮ ਦੇ ਪ੍ਰੋਟੈਸਟ ਹੁੰਦੇ ਉਸ ਕਿਸਮ ਦਾ ਅਸਰ ਇਹਦੇ ਤੇ ਨਾ ਹੋਵੇ ਵੀ ਇਹ ਕੁਝ ਐਂਟੀ ਪਬਲਿਕ ਜਿਹੜਾ ਐਲੀਮੈਂਟ ਆ ਉਹਦੇ ਵਿੱਚ ਆ ਵੜੇ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਕੁਛ ਹੋਰ ਕਹਿਣਾ ਚਾਹੋ ਇਸ ਸਾਰੇ ਮਾਮਲੇ ਬਾਰੇ? ਬਲਰਾਜ ਜੀ ਥੋੜਾ ਜਿਹਾ ਆਪਾਂ ਪਿੱਛੇ ਮੈਂ ਥੋੜਾ ਓਪੀਨੀਅਨ ਲੈਣਾ ਚਾਹਾਂਗਾ। ਦੇਖੋ ਤੁਹਾਨੂੰ ਯਾਦ ਹੋਣਾ ਉਹ ਸਮਾਂ ਜਦੋਂ ਓਪਲ ਆਡੀਓ ਵੀਡੀਓ ਦੇ ਸਾਹਮਣੇ ਇੱਕ ਵਿਅਕਤੀ ਨੂੰ ਆਪਣੇ ਨੂੰ ਕੁੱਟਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਬਰੈਂਪਟਨ ਦੇ ਪਾਵਰੇਟ ਸੈਂਟਰ ਦੇ ਵਿੱਚ ਕਬੱਡੀ ਦੇਖਣ ਆਏ ਲੋਕਾਂ ਦੇ ਨਾਲ ਪੁਲਿਸ ਦੀ ਝੜਪ ਹੋਈ। ਇਹ 2 ਸਮੇਂ ਤੇ ਉਸ ਤੋਂ ਬਾਅਦ ਫਿਰ ਵੱਡਾ ਪ੍ਰੋਟੈਸਟ ਹੋਇਆ, ਨੈਸ਼ਨਲ ਬੈਂਕਟ ਹਾਲ ਦੇ ਵਿੱਚ ਵੱਡਾ ਇਕੱਠ ਹੋਇਆ। ਉਹ ਜਿਹੜਾ ਪ੍ਰੋਟੈਸਟ ਸੀਗਾ ਉਹ ਕੁਝ ਵੱਖਰਾ ਸੀਗਾ ਜਿਹੜਾ ਹੁਣ ਪ੍ਰੋਟੈਸਟ ਹੋ ਰਿਹਾ ਵਾ। ਉਸ ਸਮੇਂ ਤੋਂ ਬਾਅਦ ਹੁਣ ਆ ਕੇ ਪੀਲ ਪੁਲਿਸ ਦੇ ਖਿਲਾਫ ਕੋਈ ਪ੍ਰੋਟੈਸਟ ਹੋਇਆ, ਉਦੋਂ ਨੋਇਲ ਕੈਟਨੀ ਤੇ ਉਸ ਤੋਂ ਬਾਅਦ ਅੱਗੇ ਜਿਹੜੇ ਚੀਫ ਆਉਂਦੇ ਰਹੇ ਉਹਨਾਂ ਨੇ ਕਮਿਊਨਿਟੀ ਨੂੰ ਕੰਪਲੀਟਲੀ ਇੱਕ ਤਰ੍ਹਾਂ ਇਗਨੋਰ ਕਰਕੇ ਰੱਖਿਆ। ਬਿਲਕੁਲ 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 ਸਹੀ ਹੈ। ਉਹਦੀ ਅੰਦਰ ਖਾਤੇ ਕਮਿਊਨਿਟੀ ਨੂੰ ਬਹੁਤ ਮਾਰ ਚੱਲਣੀ ਪਈ, ਬੜਾ ਉਹਨਾਂ ਨੇ ਅੰਦਰ ਖਾਤੇ ਕਮਿਊਨਿਟੀ ਨੂੰ ਖੁਰਾ ਲਾਇਆ ਉਹ ਸਾਰੇ ਕਾਸ ਤੋਂ ਬਾਅਦ ਦੇ ਵਿੱਚ। ਭਾਵੇਂ ਉਹ ਸਾਰੇ ਪ੍ਰੋਟੈਸਟ ਜਗਦੀਸ਼ ਜੀ ਬਿਲਕੁਲ ਪੀਸਫੁਲ ਸੀਗੇ, ਪਰ ਉਦੋਂ ਪੁਲਿਸ ਦੀ ਜਿਹੜੀ ਹਾਲਤ ਸੀ ਉਹ ਇਹ ਸੀ ਕਿ ਪੁਲਿਸ ਬਿਲਕੁਲ, ਤੁਸੀਂ ਉਂਗਲੀ ਵੀ ਪੁਲਿਸ ਵੱਲ ਨਹੀਂ ਸੀ ਕਰ ਸਕਦੇ। ਪੁਲਿਸ ਕਿਸੇ ਕਿਸਮ ਦਾ ਕਿੰਤੂ ਪਰੰਤੂ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ। ਪਰ ਓਵਰ ਦਾ ਈਅਰਸ ਜੋ ਕੁਝ ਹੋਇਆ ਤੇ ਆ ਹੁਣ ਜੋ ਕੁਝ ਅਮਰੀਕਾ 'ਚ ਹੋਇਆ ਉਹਦੇ ਤੋਂ ਘੱਟੋ ਘੱਟ ਇਹ ਗੱਲ ਜ਼ਰੂਰ ਸਾਫ਼ ਹੋ ਗਈ ਕਿ ਲੋਕ ਜ਼ਿਆਦਾ ਅਵੇਅਰ ਹੋ ਗਏ ਔਰ ਪੁਲਿਸ ਫੋਰਸ ਦੇ ਅੰਦਰ ਵੀ ਇਹ ਗੱਲ ਉਹਨਾਂ ਨੇ ਕਬੂਲ ਕਰ ਲਈ ਕਿ ਪਬਲਿਕ ਨੂੰ ਕਿੰਤੂ ਪਰੰਤੂ ਕਰਨ ਦਾ ਹੱਕ ਆ। ਖਾਸ ਕਰਕੇ ਏਡੇ ਵੱਡੇ ਜਦੋਂ ਕੇਸ ਹੁੰਦੇ ਆ ਇਹਦੇ ਵਿੱਚ ਬਿਲਕੁਲ ਹੱਕ ਆ ਔਰ ਪਬਲਿਕ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ। ਪੁਲਿਸ ਦੇ ਵਿੱਚ ਟੋਟਲ ਰਿਫਾਰਮ ਲੈ ਕੇ ਆਉਣ ਲਈ, SIU ਦੇ ਵਿੱਚ ਟੋਟਲ ਰਿਫਾਰਮ ਲੈ ਕੇ ਆਉਣ ਲਈ ਹੁਣ ਜਿਹੜਾ ਸਮਾਂ ਹੈ ਉਹ ਬੜਾ ਸਾਜ਼ਗਾਰ ਆ। ਪਰ ਜੇ ਹਿੰਸਾ ਵਾਲੇ ਪਾਸੇ ਨੂੰ ਕੋਈ ਗੱਲ ਜਾਂਦੀ, ਲੁੱਟਮਾਰ ਵਾਲੇ ਪਾਸੇ ਨੂੰ ਜਾਂਦੀ ਹੈ ਤੇ ਸਭ ਕੁਝ ਹੀ ਡੀਰੇਲ ਹੋ ਜਾਏਗਾ, ਇਹਦੇ ਵਿੱਚੋਂ ਕੁਝ ਨਹੀਂ ਖੱਟਿਆ ਜਾਏਗਾ। ਕੁਛ ਹੋਰ ਕਹਿਣਾ ਚਾਹੋ ਅੰਤ ਵਿੱਚ? ਦੇਖੋ, ਮੈਂ ਇਹ ਸੋਚਦਾ ਵੀ ਪੁਲਿਸ ਦੀ ਜਦੋਂ ਆਪਾਂ ਰਿਫਾਰਮ ਦੀ ਗੱਲ ਕਰਦੇ ਹਾਂ, ਜਿਹੜੀ ਵੀ ਇਹ ਕਮੇਟੀ ਆ ਉਹਨੂੰ ਵੀ ਤੇ ਬਾਹਰ ਬੈਠੇ ਵੀ ਜਿਹੜੇ ਚਿੰਤਕ ਜਾਂ ਤੁਹਾਡੇ ਵਰਗੇ ਸਾਡੇ ਵਰਗੇ ਮੀਡੀਆਕਾਰ ਆ ਉਹਨਾਂ ਨੂੰ ਕੁਝ ਪੁਆਇੰਟ ਸਾਹਮਣੇ ਲੈ ਕੇ ਆਉਣੇ ਚਾਹੀਦੇ ਵੀ ਕੀ ਹੋਵੇ। ਜਿਵੇਂ ਹੁਣ ਟ੍ਰੇਨਿੰਗ ਆ ਸ਼ੂਟ ਟੂ ਕਿਲ, ਕੱਲ ਤੁਸੀਂ ਕਿਹਾ ਸੀ, ਉਹ ਟ੍ਰੇਨਿੰਗ ਬਿਲਕੁਲ ਉਹ ਸ਼ੂਟ ਟੂ ਕਿਲ ਵਾਲੀ ਬੰਦ ਹੋਣੀ ਚਾਹੀਦੀ ਹੈ। ਕਮਿਊਨਿਟੀ ਪੁਲਿਸਿੰਗ ਜਿਹੜੀ ਆ ਉਹ ਵਿਦਾਊਟ ਗਨਜ਼ ਹੋਣੀ ਚਾਹੀਦੀ ਹੈ। ਮਾਲਟਨ ਕਮਿਊਨਿਟੀ ਵਿੱਚ ਸਧਾਰਨ ਗੱਲ ਆ ਤੇ ਪੁਲਿਸ ਵਾਲੇ ਕਿਉਂ ਉੱਥੇ ਆਰਮਸ ਲੈ ਕੇ ਜਾਣ? ਆਰਮਡ ਦਸਤਾ ਉਹਨਾਂ ਦਾ ਵੱਖਰਾ ਹੋਵੇ। ਸੋ ਕਮਿਊਨਿਟੀ ਪੁਲਿਸਿੰਗ ਜਿਹੜੀ ਆ ਵਿਦਾਊਟ ਗਨਜ਼ ਹੋਣੀ ਚਾਹੀਦੀ ਆ।
ਪੁਲਿਸ ਯੂਨੀਅਨ ਐਡੀ ਪਾਵਰਫੁਲ ਆ, ਅੜੀ SIU ਨੂੰ ਪੁਲਿਸ ਯੂਨੀਅਨ ਕੱਖ ਨਹੀਂ ਸਮਝਦੀ। ਪੁਲਿਸ ਯੂਨੀਅਨ ਦਾ ਵੀ ਕੋਈ ਇਹਦੀ ਤਾਕਤ ਨੂੰ ਲਿਮਿਟ ਕਰਨ ਦਾ ਕੁਛ ਨਾ ਕੁਛ ਇਲਾਜ ਜਿਹੜਾ ਆ ਉਹ ਲੱਭਣਾ ਪਏਗਾ। ਅਦਰਵਾਈਜ਼ ਪੁਲਿਸ ਯੂਨੀਅਨ ਇਜ਼ ਬੇਸਿਕਲੀ ਰੂਲਿੰਗ ਦਾ ਪੁਲਿਸ। ਫਿਰ SIU ਤੇ ਆਪਾਂ ਗੱਲ ਕਰ ਚੁੱਕੇ ਹਾਂ, ਤੇ ਬਾਡੀ ਕੈਮਰਾ ਜਿਹੜਾ ਬਹੁਤ ਜ਼ਰੂਰੀ ਆ, ਉਹ ਜਿੰਨੀ ਛੇਤੀ ਉਹਦੇ ਤੇ ਯੈਸ ਹੋਵੇ ਉਨੀ ਛੇਤੀ ਚੰਗਾ ਹੋਏਗਾ। ਸੋ ਟੋਰਾਂਟੋ ਵਾਲੇ ਆਲਰੇਡੀ ਰੈਡੀ ਹੈ ਬਾਡੀ ਕੈਮਰੇ ਦੇ ਲਈ, ਔਰ ਇਸ ਨਾਲ ਅਪੀਲ ਦੇ ਵਿੱਚ ਇਸ ਮਹੀਨੇ ਦੇ ਐਂਡ ਤੱਕ ਜਿਹੜਾ ਮੈਨੂੰ ਲੱਗਦਾ ਹੈ ਕੋਈ ਫੈਸਲਾ ਹੋਵੇਗਾ ਬੋਰਡ ਦੇ ਵਿੱਚ। ਪਿਛਲੀ ਵਾਰੀ ਜਦੋਂ ਅਪੀਲ ਪੀਸ ਬੋਰਡ ਦੇ ਚੇਅਰ ਰੌਣ ਚੱਠਾ ਜੀ ਨਾਲ ਗੱਲ ਹੋਈ ਸੀ, ਉਹਨਾਂ ਦੱਸਿਆ ਕਿ ਬੜੀ ਜਲਦੀ ਇਸ ਦੇ ਉੱਤੇ ਫੈਸਲਾ ਲੈ ਲਿਆ ਜਾਵੇਗਾ, ਔਰ ਇਹ 2 ਰੀਜ਼ਨ ਤਾਂ ਖਾਸ ਤੌਰ ਦੇ ਉੱਤੇ ਬੜੀ ਜਲਦੀ ਬਾਡੀ ਕੈਮਰੇ ਦੇ ਲਈ ਰੈਡੀ ਨੇ ਲਗਭਗ। ਹਾਂਜੀ, ਪੋਜ਼ਿਟਿਵ ਹੋਏਗਾ ਜੀ ਇਸ ਤੱਕ। ਬੜੀ ਮਿਹਰਬਾਨੀ ਬਲਰਾਜ ਜੀ, ਥੈਂਕ ਯੂ ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। 10 ਮਿੰਟ ਬਾਕੀ ਨੇ। ਕੀ